ਉੱਥੇ ਤੁਸੀਂ 2-2 ਤਮਗੇ ਜਿੱਤਦੇ ਹੋ ਔਰ ਉਹਨਾਂ ਨੂੰ ਮਾਤ ਦਿੰਦੇ ਹੋ ਜਿਹੜੇ 올림픽 'ਚ ਪ੍ਰਦਰਸ਼ਨ ਕਰਕੇ ਆਏ ਹੁੰਦੇ ਆ, ਚਾਂਦੀ ਦੇ ਤਮਗੇ ਜਿੱਤ ਕੇ ਆਏ ਹੁੰਦੇ ਆ। ਅਰਜੁਨ ਦੇ ਅੰਦਰ ਸਾਨੂੰ ਸ਼ੁਰੂ ਤੋਂ ਹੀ ਸੀ ਕਿ ਹੀ ਇਜ਼ ਐਨ ਐਕਸਟਰਾ ਆਰਡੀਨਰੀ, ਸਮਥਿੰਗ ਇਜ਼ देयर। इस बार ये गोल्ड लाना इजी रहा। ਜਿਉਂ ਅੱਜ ਕੱਲ੍ਹ ਨੌਜਵਾਨੀ ਦੀ ਇੱਕ ਸ਼ਿਕਾਇਤ ਹੁੰਦੀ ਹੈ ਕਿ ਸਮਾਂ ਨਹੀਂ ਮਿਲਦਾ, ਤੁਸੀਂ ਕਿਵੇਂ ਮੈਨੇਜ ਕਰਦੇ ਹੋ? जो कमियां हैं उनके ऊपर काम करो तो राइज करना इजी रहता है। ਅਰਜੁਨ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਹੀਂ ਹੈ, ਇਹ ਇਹਦੀਆਂ ਆਪਣੀਆਂ ਚੁਆਇਸਿਸ ਨੇ ਲਾਈਫ ਪ੍ਰਤੀ। ਇੱਕ ਸਰਹੱਦੀ ਏਰੀਆ ਔਰ ਇੱਕ ਇਹ ਏਰੀਆ ਕਿ ਇਸ ਦੇ ਵਿੱਚ ਜੇ ਉੱਥੇ ਹੋਵੇ ਤੇ ਮੌਕੇ ਘੱਟ ਮਿਲਦੇ ਆ, ਇੱਥੇ ਆਈਏ ਤੇ ਮੌਕੇ ਜ਼ਿਆਦਾ ਨੇ। ਮੈਨੂੰ ਇੰਨੀ ਨੌਲੇਜ ਨਹੀਂ ਸੀ ਸ਼ੂਟਿੰਗ ਦੀ। 80 ਪੁਆਇੰਟ ਆਏ ਸੀ ਉਦੋਂ ਫਸਟ ਟਾਈਮ ਕਿਸੇ ਦੀ ਰਾਈਫਲ ਮੰਗ ਕੇ। ਅਸੀਂ ਬੜੇ ਖੁਸ਼ ਸੀ ਵੀ ਅੱਜ ਇਹਦਾ ਇੱਕ ਜਿਹੜਾ ਸ਼ਾਟ ਹੈ ਟਾਰਗੇਟ 'ਚ ਲੱਗਿਆ। ਬਹੁਤ ਖੁਸ਼ ਸੀ ਮੈਂ, ਬਹੁਤ ਖੁਸ਼ ਸੀ। ਦਿਓਂ ਖੇਡ ਦੇ ਵਿੱਚ ਹਾਰ ਜਿੱਤ ਕਿੰਨੀ ਕੁ ਮਾਇਨੇ ਰੱਖਦੀ ਹੈ? ਇਰਾਦੇ ਮਜ਼ਬੂਤ ਰੱਖੋ, ਸਰਹੱਦਾਂ ਤਾਂ ਆਪਣੇ ਆਪ ਬੰਨ ਤੋੜ ਕੇ ਸਾਡੇ ਕਦਮ ਚੁੰਮ ਲੈਂਦੀਆਂ ਨੇ। ਸਾਡੇ ਪੰਜਾਬ ਦਾ, ਸਾਡੇ ਦੇਸ਼ ਦਾ ਨਾਮ ਉਦੋਂ ਹੋਰ ਬੁਲੰਦੀਆਂ ਛੂਹਣ ਲੱਗਦਾ ਹੈ ਜਦੋਂ ਇੱਥੇ ਹੀਰੇ ਪੈਦਾ ਹੁੰਦੇ ਨੇ। ਉਹ ਹੀਰੇ ਕਿਸੇ ਵੀ ਰੂਪ ਵਿੱਚ ਹੋ ਸਕਦੇ ਨੇ, ਪਰ ਅੱਜ ਅਸੀਂ ਜਿਹੜੇ ਖਾਸ ਹੀਰੇ ਦੇ ਨਾਲ ਗੱਲ ਕਰਨੀ ਹੈ, ਉਹਨਾਂ ਨੇ ਆਪਣੀ ਮਿਹਨਤ ਦੇ ਨਾਲ, ਆਪਣੀ ਲਗਨ ਦੇ ਨਾਲ ਮੁਕਾਮ ਹਾਸਲ ਕੀਤਾ ਔਰ ਅੰਤਰਰਾਸ਼ਟਰੀ ਪੱਧਰ ਤੇ ਐਸੇ ਨਿਸ਼ਾਨੇ ਲਾਏ ਨੇ ਕਿ 2 ਸੋਨ ਤਮਗੇ ਉਹਨਾਂ ਨੇ ਝੋਲੀ ਪਾਏ ਨੇ। ਔਰ ਨਿਸ਼ਾਨੇਬਾਜ਼ ਵਜੋਂ ਜਾਣੇ ਜਾਂਦੇ ਅਰਜੁਨ ਬਬੂਟਾ ਉਹ ਸਾਡੇ ਨਾਲ ਨੇ। ਉਹ ਸਾਰੇ ਆਪਣੇ ਪਰਿਵਾਰ ਦੇ ਨਾਲ ਬੈਠੇ ਨੇ। ਇਸ ਪਾਸੇ ਉਹਨਾਂ ਦੇ ਪਿਤਾ ਜੀ ਨੇ ਨੀਰਜ ਬਬੂਟਾ ਜੀ, ਜੋ ਕਿ ਆਪਣਾ ਬਿਜ਼ਨਸ ਵੀ ਸੰਭਾਲਦੇ ਰਹੇ ਨੇ, ਇਹਨਾਂ ਨੇ ਜੌਬ ਵੀ ਕੀਤੀ। ਔਰ ਇਸ ਪਾਸੇ ਅਰਜੁਨ ਬਬੂਟਾ ਦੇ ਮਾਤਾ ਜੀ ਨੇ, ਜਿਹੜੇ ਲੇਖਿਕਾ ਦੇ ਤੌਰ ਤੇ ਵੀ ਜਾਣੇ ਜਾਂਦੇ ਨੇ, ਦੀਪਤੀ ਬਬੂਟਾ ਜੀ। ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਾਰੇ ਪਰਿਵਾਰ ਦਾ ਸਵਾਗਤ ਹੈ ਜੀ। थैंक यू जी, थैंक यू। ਅਰਜੁਨ, ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਕਿ ਜਿਹੜੀ ਮਿਹਨਤ, ਜਿਹੜੀ ਲਗਨ ਤੁਸੀਂ ਕੰਮ ਕੀਤਾ ਉਹ ਅੱਜ ਸਿੱਟੇ ਲਿਆ ਰਹੀ ਹੈ। थैंक यू सो मच। ਜੀ, ਸਭ ਤੋਂ ਪਹਿਲਾਂ ਮੈਂ ਇਹੀ ਜਾਣਨਾ ਚਾਹੁੰਦਾ ਕਿ ਜਦੋਂ ਵੀ ਕੋਈ ਮੁਕਾਮ ਹਾਸਲ ਕਰਦਾ ਉਦੋਂ ਤਾਂ ਸਾਰੀ ਦੁਨੀਆ ਦੇ ਸਾਹਮਣੇ ਹੁੰਦਾ, ਪਰ ਜਦੋਂ ਤੁਹਾਡਾ ਮਿਹਨਤ ਵਾਲਾ ਸਮਾਂ ਚੱਲ ਰਿਹਾ ਹੁੰਦਾ, ਉਦੋਂ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ? सफ़र काफ़ी लंबा था पहले और बहुत ज़्यादा चुनौतियों भरा भी था। तो लेकिन माँ बाप साथ थे, कोच साथ थे, सारे जिन्होंने साथ दिया, तो वो सफ़र में मज़ा बना रहा। तो अभी भी आगे सफ़र जारी है और आगे और अचीवमेंट्स लानी है। बिल्कुल ਜੀ, ਇੱਕ ਤੁਹਾਡੀ ਪੜ੍ਹਾਈ ਵੀ ਕੰਟੀਨਿਊ ਚੱਲ ਰਹੀ ਹੈ, ਤੁਸੀਂ ਤੇ ਖੁਦ ਪੱਤਰਕਾਰ ਵੀ ਬਣਨ ਜਾ ਰਹੇ ਹੋ, ਮਾਸਟਰ ਤੁਹਾਡੀ ਚੱਲ ਰਹੀ ਹੈ। ਇੱਕ ਪੜ੍ਹਾਈ ਦਾ ਨਾਲ ਔਰ ਇੱਕ ਪ੍ਰੈਕਟਿਸ ਕਰਦੇ ਕਰਦੇ ਦੋਨਾਂ ਚੀਜ਼ਾਂ ਨੂੰ ਮੇਨਟੇਨ ਕਿਵੇਂ ਕਰਦੇ ਹੋ? ਅੱਜ ਕੱਲ੍ਹ ਨੌਜਵਾਨੀ ਦੀ ਇੱਕ ਸ਼ਿਕਾਇਤ ਹੁੰਦੀ ਹੈ ਕਿ ਸਮਾਂ ਨਹੀਂ ਮਿਲਦਾ, ਸਮਾਂ ਮੋਬਾਈਲ 'ਚ ਜ਼ਿਆਦਾ ਲੱਗ ਜਾਂਦਾ ਹੈ, ਤੁਸੀਂ ਕਿਵੇਂ ਮੈਨੇਜ ਕਰਦੇ ਹੋ? नहीं, डेफिनेटली समय को ऑर्गेनाइज करना चाहिए चीज़ों को। तो वैसे ही बस ऑर्गेनाइज किया, प्लान किया, तो वो चीज़ें थोड़ी सी इजी हो जाती हैं। डेफिनेटली हार्ड तो है, लेकिन अगर उसको हम सही टाइम दे दें, प्रायोरिटी दे दें, जैसे अभी शूटिंग को प्रायोरिटी दी हुई है, अभी शूटिंग का सीज़न नहीं होएगा तब पढ़ाई को प्रायोरिटी दे देंगे, तो ऐसे चीज़ों को हम पूरा अटेंशन भी दे सकते हैं और उनका ख्याल भी रख सकते हैं। बस ਇਸ ਵਰਲਡ ਕੱਪ ਦੀ ISSF ਦਾ ਵਰਲਡ ਕੱਪ ਜੋ ਦੱਖਣੀ ਕੋਰੀਆ ਦੇ ਵਿੱਚ ਹੁੰਦਾ ਹੈ, ਉੱਥੇ ਤੁਸੀਂ 2-2 ਤਮਗੇ ਜਿੱਤਦੇ ਹੋ ਔਰ ਉਹਨਾਂ ਨੂੰ ਮਾਤ ਦਿੰਦੇ ਹੋ ਜਿਹੜੇ 올림픽 'ਚ ਪ੍ਰਦਰਸ਼ਨ ਕਰਕੇ ਆਏ ਹੁੰਦੇ ਆ, ਚਾਂਦੀ ਦੇ ਤਮਗੇ ਜਿੱਤ ਕੇ ਆਏ ਹੁੰਦੇ ਆ। ਉੱਥੋਂ ਵੇਲੇ ਦਾ ਕੰਪੀਟੀਸ਼ਨ ਕਿਵੇਂ ਲੱਗ ਰਿਹਾ ਸੀ ਜਦੋਂ ਉੱਥੇ ਪੈਰ ਧਰਿਆ? ਹਾਲਾਂਕਿ ਤੁਹਾਡਾ ਤਜਰਬਾ ਪਹਿਲਾਂ ਵੀ ਹੈ ਮੁਕਾਬਲੇ ਲੜਨ ਦਾ, ਪਰ ਇਸ ਵਾਰ ਦਾ ਤਜਰਬਾ ਕਿਸ ਤਰ੍ਹਾਂ ਦਾ ਸੀ? तजर्बा बहुत अच्छा था। मैं उनके साथ पहले भी मैचेस खेले हैं कई, और मैं जीत नहीं पा रहा था पहले। ये कि इस बार तैयारी अच्छी थी बहुत ज़्यादा, और तैयारी पहले भी थी बट अभी और ज़्यादा अच्छी थी और आगे होती रहेगी इम्प्रूवमेंट। तो इस बार ये गोल्ड लाना इजी रहा और आगे और प्रिपेयर करेंगे तो और बेटर आपको परफॉर्मेंस दिखेगी। ਜੀ, ਜਦੋਂ ਇੱਕ ਮੁਕਾਮ ਅਸੀਂ ਹਾਸਲ ਕਰ ਲੈਂਦੇ ਹਾਂ, ਪ੍ਰਾਪਤੀਆਂ ਜੁੜਦੀਆਂ ਜਾਂਦੀਆਂ, ਫਿਰ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ ਕਿ ਹੁਣ ਇਸ ਤੋਂ ਅੱਗੇ ਦਾ ਕੋਈ ਪ੍ਰਦਰਸ਼ਨ ਕਰਨਾ ਹੈ। 올림픽 ਤੱਕ ਤੁਸੀਂ ਜਾਓਗੇ ਤਾਂ ਸਾਫ਼ ਹੈ ਤੁਹਾਡੇ ਪ੍ਰਦਰਸ਼ਨ ਤੋਂ ਝਲਕਦਾ, ਪਰ ਚੈਲੰਜ ਕੀ ਬਣਿਆ ਰਹਿੰਦਾ? ਕਈ ਵਾਰੀ ਕਦੇ ਮੈਚ ਦੇ ਵਿੱਚ ਹਾਰ ਮਿਲ ਗਈ। ਖੇਡ ਮੁਕਾਬਲੇ ਇਸ ਤਰ੍ਹਾਂ ਦੇ ਹੁੰਦੇ ਆ, ਕਦੇ ਹਾਰ ਕਦੇ ਜਿੱਤ, ਕਦੇ ਪ੍ਰਾਪਤੀਆਂ, ਕਦੇ ਪਿੱਛੇ ਰਹਿ ਜਾਂਦਾ ਬੰਦਾ। ਇਹ ਸਾਰੀ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਖੇਡ ਦੇ ਵਿੱਚ ਹਾਰ ਜਿੱਤ ਕਿੰਨੀ ਕੁ ਮਾਇਨੇ ਰੱਖਦੀ ਹੈ? हार जीत बहुत ज़्यादा मायने रखती है और आई थिंक इसको नॉर्मल लेना चाहिए। जितनी खुशी से हम जीतते हैं उतनी ही खुशी से हारो भी, और एक्सेप्ट करो उसको पहले तो, और फिर जो कमियां हैं उनके ऊपर काम करो तो राइज़ करना इजी रहता है। और ओलंपिक का देखा जाए तो बिल्कुल हर एथलीट की तरह मेरा भी ओलंपिक की ड्रीम है, पर उससे पहले कई पड़ाव हैं, जैसे कि वर्ल्ड चैम्पियनशिप है इस साल,
तो वहाँ से ओलंपिक कोटा मिलेगा, अभी उसके ऊपर मेरा फोकस है। ਤਾਂ ਅਰਜੁਨ, ਮੈਂ ਇੱਕ ਤੁਹਾਡੇ ਤੋਂ ਇਹ ਵੀ ਗੱਲ ਜਾਣਨੀ ਚਾਹੁੰਦਾ ਕਿ ਤੁਹਾਡੇ ਖੇਡ ਮੰਤਰੀ ਮੀਤ ਹੇਰ ਤੁਹਾਡੇ ਨੂੰ ਮਿਲਣ ਆਏ ਉਚੇਚੇ ਤੌਰ ਤੇ, ਔਰ ਸਾਨੂੰ ਉਮੀਦ ਹੈ ਕਿ ਦੇਸ਼ ਦੇ ਖੇਡ ਮੰਤਰੀ ਵੀ ਤੁਹਾਨੂੰ ਮਿਲਣਗੇ ਛੇਤੀ। ਤਾਂ ਅੱਜ ਜਿਹੜੀ ਗੱਲਬਾਤ ਹੋਈ ਜੌਬ ਸਿਕਿਉਰਿਟੀ ਨੂੰ ਲੈ ਕੇ, ਜਾਂ ਜਿਹੜੇ ਵੀ ਮੱਲਾਂ ਮਾਰਦੇ ਆ ਖੇਡ ਵਿੱਚ ਹੋਵੇ ਜਾਂ ਕਿਸੇ ਹੋਰ ਖੇਤਰ 'ਚ, ਉਹਨਾਂ ਨੇ ਭਰੋਸਾ ਕੀ ਦਿੱਤਾ, ਕੀ ਗੱਲਬਾਤ ਹੋਈ ਉਹਨਾਂ ਨਾਲ? पहले तो थैंक यू करूँगा जी, वो आके घर पे मेरे को अपनी विशेस दे के गए और इतना सारा सपोर्ट दिया। उनसे मेन बातें हुई जॉब सिक्योरिटी या फिर पंजाब की पॉलिसी और इंफ्रास्ट्रक्चर जो हो गया स्पोर्ट्स का, इन चीज़ों के ऊपर बात हुई। पहले भी सरकारें अच्छी थी, पर अभी इनसे थोड़ी सी उम्मीद ज़्यादा आई है कि ये चेंजेस लाएंगे अच्छी। जैसे स्पोर्ट्स पॉलिसी में ये वर्ल्ड कप का नाम ही नहीं है, तो वो कह रहे हैं कि इसमें चेंजेस ला के स्पोर्ट्स वाइज जैसे जैसे जिसकी स्पोर्ट होती है, जैसे विंबलटन है वो नहीं है, शूटिंग का वर्ल्ड कप नहीं है, तो इनको ऐड किया जाएगा, इनके कैश अवार्ड लाए जाएंगे और पॉलिसी में जॉब्स का भी लाया जाएगा। जैसे ਜਦੋਂ ਤੁਹਾਡੀ ਇਹ ਗੱਲ ਹੋ ਰਹੀ ਸੀ, ਸੁਜੈਸ਼ਨ ਦੇ ਰਹੇ ਸੀ ਕਿ ਬਹੁਤ ਸਾਰੀਆਂ ਚੀਜ਼ਾਂ ਤਾਂ ਖੇਡ ਪਾਲਿਸੀ ਦਾ ਹਿੱਸਾ ਹੀ ਨਹੀਂ ਆਪਣੇ ਪੰਜਾਬ ਦੇ ਅੰਦਰ, ਤਾਂ ਉਹਨਾਂ ਦਾ ਰਿਐਕਸ਼ਨ ਕੀ ਸੀ? ਉਹ ਹੈਰਾਨ ਹੋਏ ਜਾਂ ਉਹਨਾਂ ਨੂੰ ਪਤਾ ਹੀ ਸੀ ਕਿ ਨਹੀਂ ਹੈ? उनको बिल्कुल पता था, वो अवेयर हैं सारी चीज़ों के साथ, और मेरे को लगता है वो बहुत ज़्यादा स्पोर्ट्स के साथ मन से जुड़े हुए हैं, और जो कि बड़ा सुनने में भी अच्छा लगा, उनसे मिलके भी अच्छा लगा। और मेरे को बहुत ज़्यादा उम्मीद है, जैसे उन्होंने मेरे को दी है उम्मीद, कि वो जल्द ही इन चीज़ों पे काम करेंगे। जैसे जॉब सिक्योरिटी होगी, जो कि मेरे जैसे बाकी एथलीट्स के लिए भी बड़ा इम्पोर्टेंट है अच्छा परफॉर्म करने के लिए आगे, और कैश अवार्ड पॉलिसी में भी चेंजेस लाई जाएंगी। ਮਾਤਾ ਜੀ, ਤੁਹਾਡੇ ਤੋਂ ਵੀ ਜਾਣਨਾ ਚਾਹੁੰਦਾ ਕਿ ਜਿਵੇਂ ਤੁਸੀਂ ਇਹਨਾਂ ਨੂੰ ਗੁੜਤੀ ਦਿੱਤੀ, ਸਾਹਿਤ ਨਾਲ ਵੀ ਜੋੜਤਾ, ਪੱਤਰਕਾਰੀ ਦੀ ਮਾਸਟਰ ਤੁਸੀਂ ਤਾਂ ਨਹੀਂ ਕਰਵਾ ਲਏ, ਤੁਸੀਂ ਤਾਂ ਨਹੀਂ ਸਲਾਹ ਦਿੱਤੀ? ਨਹੀਂ, ਅਰਜੁਨ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਹੀਂ ਹੈ। ਇਹ ਇਹਦੀਆਂ ਆਪਣੀਆਂ ਚੁਆਇਸਿਸ ਨੇ ਲਾਈਫ ਪ੍ਰਤੀ। ਅਸੀਂ ਇਹਨੂੰ ਰਸਤਾ ਦਿਖਾਣਾ ਹੈ, ਲੇਕਿਨ ਚੂਜ਼ ਇਹਨੇ ਹੀ ਕਰਨਾ ਹੈ ਕਿ ਜੋ ਇਹਨੂੰ ਰਸਤਾ ਚੰਗਾ ਲੱਗਦਾ ਹੈ। ਬਾਕੀ ਇਹ ਹੈ ਕਿ ਅਪਡੇਟਡ ਰਹਿਣ ਦਾ ਇਹਨੂੰ ਸ਼ੌਂਕ ਹੈ, ਅਤੇ ਪੱਤਰਕਾਰਿਤਾ ਤਾਂ ਹੈ ਹੀ ਅਪਡੇਸ਼ਨ, ਕਿ ਜੋ ਅਸੀਂ ਦੇਖ ਰਹੇ ਹਾਂ ਸੰਸਾਰ ਦੇ ਵਿੱਚ ਚੱਲ ਰਿਹਾ ਹੈ ਨਾ, ਸਮੋ ਸੋਸਾਇਟੀ ਨੂੰ ਕਿਸ ਨਜ਼ਰ ਨਾਲ ਦੇਖ ਰਹੇ ਹਾਂ, ਤਾਂ ਇਸ ਦਾ ਆਪਣਾ ਸ਼ੌਂਕ ਹੈ ਇੱਕ। ਤਾਂ ਸੋ ਇਹਨੇ ਚੂਜ਼ ਕੀਤਾ, ਔਰ ਅੱਛਾ ਸਟੱਡੀ ਵਿੱਚ ਵੀ ਚੱਲ ਰਿਹਾ। ਅਰਜੁਨ ਨੇ ਹੁਣੇ ਆਪਣੇ ਸਾਹਮਣੇ, ਸਾਰਿਆਂ ਦੇ ਸਾਹਮਣੇ ਕੈਮਰੇ ਤੇ ਵੀ ਦੱਸਿਆ ਕਿ ਤੁਸੀਂ ਬਹੁਤ ਸਾਥ ਦਿੱਤਾ। ਜਦੋਂ ਮਾਪਿਓ ਦਾ ਥਾਪੜਾ ਹੋਵੇ ਤੇ ਹਰ ਬੱਚਾ ਮੁਕਾਮ ਹਾਸਲ ਕਰ ਸਕਦਾ ਜੇ ਮੌਕੇ ਮਿਲ ਜਾਣ। ਤੁਹਾਡਾ ਇਸ ਨੂੰ ਲੈ ਕੇ ਕਿਵੇਂ ਰਿਹਾ ਤਜਰਬਾ? ਇੱਕ ਮਾਂ ਦਾ ਫਰਜ਼ ਵੀ ਨਿਭਾਇਆ, ਨਾਲ ਲੇਖਿਕਾ ਦੇ ਤੌਰ ਤੇ ਵੀ ਤੁਸੀਂ ਕੰਮ ਕਰਦੇ ਹੋ, ਜ਼ਿੰਮੇਵਾਰੀਆਂ ਤੁਹਾਡੇ ਤੇ ਵੀ ਬਹੁਤ ਨੇ, ਔਰ ਪਿਛੋਕੜ ਖਾਸ ਕਰਕੇ ਸਰਹੱਦੀ ਜ਼ਿਲ੍ਹਾ ਲੱਗਦਾ ਹੈ ਫਾਜ਼ਿਲਕਾ, ਔਰ ਉੱਥੋਂ ਉੱਠ ਕੇ ਉੱਥੇ ਕੰਮ ਕਰਨਾ, ਫਿਰ ਮੋਹਾਲੀ ਚੰਡੀਗੜ੍ਹ ਵਾਲੇ ਪਾਸੇ ਆਉਣਾ, ਇਹ ਸਾਰੀਆਂ ਗੱਲਾਂ ਤੁਹਾਨੂੰ ਕਿਵੇਂ ਲੱਗਦੀਆਂ? ਦੇਖੋ, ਜਦੋਂ ਸਾਡਾ ਸੁਪਨਾ ਹੁੰਦਾ ਹੈ ਕਿ ਹਾਂ ਅਸੀਂ ਜ਼ਿੰਦਗੀ 'ਚ ਕੁਝ ਕਰਨਾ ਹੈ, ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਜੀਵਨ ਬਰਥ ਮਿਲਿਆ, ਅਸੀਂ ਪੈਦਾ ਹੋ ਗਏ, ਸਾਰੇ ਇੱਕੋ ਤਰ੍ਹਾਂ ਹੀ ਪੈਦਾ ਹੁੰਦੇ ਆ, ਕੋਈ ਏਡੀ ਵੱਡੀ ਗੱਲ ਨਹੀਂ ਹੈ, ਮਨੁੱਖ ਹਾਂ ਅਸੀਂ। ਪਰ ਹਮੇਸ਼ਾ ਤੋਂ ਇਹੀ ਲੱਗਦਾ ਕਿ ਹਰ ਬੰਦਾ ਕੁਝ ਨਾ ਕੁਝ ਖਾਸੀਅਤ ਲੈ ਕੇ ਜ਼ਰੂਰ ਜਨਮ ਲੈਂਦਾ ਹੈ। ਉਹ ਖਾਸੀਅਤ ਸਾਡੇ ਅੰਦਰ ਪਈਆਂ ਹੁੰਦੀਆਂ, ਸੰਭਾਵਨਾਵਾਂ ਸਾਡੇ ਅੰਦਰ ਹੁੰਦੀਆਂ, ਲੇਕਿਨ ਉਹਨਾਂ ਨੂੰ ਕਿਸ ਤਰੀਕੇ ਨਾਲ ਪਕੜਨਾ ਹੈ, ਬੱਚਿਆਂ ਦੀਆਂ ਮਾਂ-ਬਾਪ ਹੀ ਪਕੜ ਸਕਦੇ ਹੈ। ਤਾਂ ਅਰਜੁਨ ਦੇ ਅੰਦਰ ਸਾਨੂੰ ਸ਼ੁਰੂ ਤੋਂ ਸੀ ਕਿ ਹੀ ਇਜ਼ ਐਨ ਐਕਸਟਰਾ ਆਰਡੀਨਰੀ, ਸਮਥਿੰਗ ਇਜ਼ ਦੇਅਰ, ਕਿ ਜਿਸ ਨੂੰ ਅਗਰ ਅਸੀਂ ਪੋਲਿਸ਼ ਕਰਦੇ ਹਾਂ ਤਾਂ ਅੱਛੇ ਰਿਜ਼ਲਟਸ ਦੇ ਸਕਦਾ। ਸੋ ਸਟੱਡੀ ਵਿੱਚ ਵੀ ਅੱਛਾ ਸੀ। ਇਹੀ ਸੋਚ ਕੇ ਅਸੀਂ ਡਿਸਾਈਡ ਕੀਤਾ ਕਿ ਅਸੀਂ ਜੇ ਜਲਾਲਾਬਾਦ ਬੈਠੇ ਰਹਾਂਗੇ ਤਾਂ ਲਾਈਫ ਦੇ ਵਿੱਚ ਅੱਗੇ ਨਹੀਂ ਵੱਧ ਪਾਵਾਂਗੇ। ਬੱਚਿਆਂ ਵਾਸਤੇ ਸੈਕਰੀਫਾਈਸਿਸ ਹਰ ਮਾਂ-ਬਾਪ ਕਰਦੇ, ਅਸੀਂ ਵੀ ਕੀਤੇ, ਬਹੁਤ ਕੁਝ ਲਾਈਫ ਵਿੱਚ ਝੱਲਿਆ ਅਸੀਂ। ਜਿਵੇਂ ਦੇ ਪਾਪਾ ਉੱਥੇ ਕੰਮ, ਸਾਡਾ ਬਿਜ਼ਨਸ ਸਾਰਾ ਉੱਥੇ ਹੈ, ਜੋਬ ਉਹਨਾਂ ਦੀ ਉੱਥੇ ਹੈ, ਤਾਂ ਅਸੀਂ ਇਹ ਧਾਰਿਆ ਕਿ ਠੀਕ ਹੈ, ਕੋਈ ਗੱਲ ਨਹੀਂ, ਬੱਚਿਆਂ ਲਈ ਅਸੀਂ ਆਪਣਾ ਉੱਥੋਂ ਘਰ ਛੱਡ ਕੇ। ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਫਰਕ ਪਾਉਂਦੀਆਂ, ਇੱਕ ਸਰਹੱਦੀ ਏਰੀਆ ਔਰ ਇੱਕ ਇਹ ਏਰੀਆ, ਕਿ ਇਸ ਦੇ ਵਿੱਚ ਜੇ ਉੱਥੇ ਹੋਵੇ ਤਾਂ ਮੌਕੇ ਘੱਟ ਮਿਲਦੇ, ਇੱਥੇ ਆਈਏ ਤਾਂ ਮੌਕੇ ਜ਼ਿਆਦਾ ਨੇ? ਡੈਫੀਨੇਟਲੀ ਦੇਖੋ, ਇਹ ਕੈਲੀਬਰ ਸਾਡੇ ਅੰਦਰ ਹੈ, ਪਰ ਮੌਕੇ ਨਹੀਂ ਮਿਲਦੇ। ਜਦੋਂ ਮੌਕੇ ਨਹੀਂ ਮਿਲਦੇ ਤਾਂ ਅਸੀਂ ਪਿਛੜ ਜਾਂਦੇ ਹਾਂ, ਤਾਂ ਅਸੀਂ ਤਾਂ ਹੈ ਹੀ ਪਿਛੜੇ ਇਲਾਕੇ ਤੋਂ ਨਾ। ਉੱਥੇ ਤਾਂ ਦੇਖੋ ਅੱਜ ਵੀ, ਪਰ ਹੁਣ ਅੱਜ ਤੁਹਾਨੂੰ ਕੋਈ ਨਹੀਂ ਗਏਗਾ ਪਛੜੇ ਇਲਾਕੇ ਦੇ। ਬਿਲਕੁਲ, ਹੁਣ ਸਾਰੇ ਬੱਚੇ ਉੱਥੇ ਦੇ, ਸਾਡੇ ਪੇਰੈਂਟਸ ਵੀ ਇਹੀ ਉਹਨਾਂ ਨੂੰ ਮੋਟੀਵੇਸ਼ਨ ਮਿਲੇਗਾ ਕਿ ਸਰਹੱਦਾਂ ਕੋਈ ਇਫੈਕਟ ਨਹੀਂ ਕਰਦੀਆਂ ਜੇ ਇਰਾਦੇ ਮਜ਼ਬੂਤ ਨੇ। ਸੋ ਇਰਾਦੇ ਮਜ਼ਬੂਤ ਰੱਖੋ, ਸਰਹੱਦਾਂ ਤਾਂ ਆਪਣੇ ਆਪ ਬੰਦ ਤੋੜ ਕੇ ਸਾਡੇ ਕਦਮ ਚੁੰਮ ਲੈਂਦੀਆਂ ਨੇ, ਐਸੀ ਕੋਈ ਗੱਲ ਨਹੀਂ ਹੈ। ਸਾਡੇ ਬੱਚੇ 'ਚ ਬਹੁਤ ਕੈਲੀਬਰ, ਬਹੁਤ ਪੋਟੈਂਸ਼ੀਅਲ ਹੈ, ਸਿਰਫ ਜ਼ਰੂਰਤ ਹੈ ਉਹਨੂੰ ਪੋਲਿਸ਼ ਕਰਨ ਦੀ ਤੇ ਮਾਂ-ਬਾਪ ਨੂੰ ਬੱਚਿਆਂ ਦਾ ਸਾਥ ਦੇਣ ਦੀ। ਬਹੁਤ ਚੰਗੀ ਗੱਲ ਇਹਨਾਂ ਨੇ ਕਹੀ ਕਿ ਸਰਹੱਦਾਂ ਕਦੇ ਵੀ ਰੋਕਦੀਆਂ ਨਹੀਂ, ਜਿਸ ਦੇ ਅੰਦਰ ਜਜ਼ਬਾ ਹੁੰਦਾ ਲੰਘ ਜਾਂਦਾ। ਮੈਂ ਤੁਹਾਡੇ ਤੋਂ ਵੀ ਜਾਣਦਾ ਕਿ ਕੀ ਇਹ ਸਾਰੇ ਤਜਰਬੇ ਦੇ ਵਿੱਚੋਂ ਘਰ ਸਾਹਮਣੇ ਹੁੰਦੇ ਆ, ਪਿਤਾ ਦੇ ਉੱਤੇ ਵੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਤੁਸੀਂ ਕਿਵੇਂ ਦੇਖਦੇ ਹੋ ਅੱਜ, ਕੀ ਮਹਿਸੂਸ ਕਰਦੇ ਹੋ, ਔਰ ਜਦੋਂ ਸ਼ੁਰੂਆਤ ਹੋਈ ਸੀ ਅਰਜੁਨ ਦੇ ਕੈਰੀਅਰ ਦੀ, ਉਦੋਂ ਕਿਵੇਂ ਸੋਚਦੇ ਸੀ?
ਫਸਟ ਆਫ ਆਲ ਜਦੋਂ ਅਰਜੁਨ ਨੇ ਪਹਿਲੀ ਵਾਰੀ ਮੈਂ ਚੰਡੀਗੜ੍ਹ ਲੈ ਕੇ ਆਇਆ ਤੇ 25 ਦੀ ਸ਼ੂਟਿੰਗ ਰੇਂਜ ਦੇ ਵਿੱਚ ਇਹਨੂੰ ਫਾਰ ਗੈਸਟ ਇੱਕ ਖਿਲਾਇਆ ਗਿਆ ਤੇ ਮੈਨੂੰ ਇੰਨੀ ਨੌਲੇਜ ਨਹੀਂ ਸੀ ਸ਼ੂਟਿੰਗ ਦੀ ਤੇ ਜਦੋਂ ਇਹਨੇ ਮੈਨੂੰ ਟਾਰਗੇਟ ਦਿੱਤਾ ਔਰ ਇਹਦੇ 80 ਪੁਆਇੰਟ ਆਏ ਸੀ ਉਦੋਂ ਫਸਟ ਟਾਈਮ ਕਿਸੇ ਦੀ ਰਾਈਫਲ ਮੰਗ ਕੇ ਅਸੀਂ ਤੇ ਜਦੋਂ ਟਾਰਗੇਟ ਦੇ ਵਿੱਚ ਅਸੀਂ ਦੇਖਿਆ ਕਿ ਇਹਦਾ ਇੱਕ ਸ਼ਾਟ ਲੱਗਾ ਹੋਇਆ ਹੈ ਤੇ ਅਸੀਂ ਮੈਂ ਔਰ ਮੇਰੀ ਮਿਸਿਸ ਦੋਨੋਂ ਅਸੀਂ ਇੱਕ ਉਬਰ ਤੇ ਆ ਰਹੇ ਸੀ ਤੇ ਅਸੀਂ ਬੜੇ ਖੁਸ਼ ਸੀ ਵੀ ਅੱਜ ਇਹਦਾ ਇੱਕ ਜਿਹੜਾ ਸ਼ਾਟ ਹੈ ਟਾਰਗੇਟ 'ਚ ਲੱਗਿਆ। ਬਹੁਤ ਖੁਸ਼ ਸੀ ਮੈਂ, ਬਹੁਤ ਖੁਸ਼ ਸੀ। ਔਰ ਉਸ ਤੋਂ ਬਾਅਦ ਬੱਚਾ ਸਟੈਂਡ ਕਰਦਾ ਰਿਹਾ, ਬੜਾ ਸਾਥ ਦਿੱਤਾ ਅਰਜੁਨ ਨੇ ਮੇਰਾ, ਅਸੀਂ ਵੀ ਦਿੱਤਾ, ਚਲਦੇ ਗਏ ਜੀ। ਇੱਕ ਅਰਜੁਨ ਤੋਂ ਇੱਕ ਸਵਾਲ ਹੋਰ ਮੇਰੇ ਮਨ 'ਚ ਆਇਆ ਕਿ ਅਰਜੁਨ ਦਾ ਨਿਸ਼ਾਨਾ ਵੀ ਪੂਰਾ ਕਾਇਮ ਸੀ, ਅੱਜ ਵੀ ਦੁਨੀਆ ਯਾਦ ਕਰਦੀ ਹੈ। ਨਾਮ ਰੱਖਣ ਦਾ ਤੁਹਾਡੇ 'ਚੋਂ ਕਿਸ ਦਾ ਖਿਆਲ ਸੀ? ਪਹਿਲਾਂ ਹੀ ਪਤਾ ਸੀ ਨਿਸ਼ਾਨੇ ਲਾਊਗਾ ਅਰਜੁਨ? ਇਹ ਬੈਟਰ ਜ਼ਿਆਦਾ ਹੈ, ਕੁਐਸਚਨ ਦਾ ਆਨਸਰ ਮੈਡਮ ਦੇ ਸਕਣਗੇ ਜੀ। ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਇਹਦੇ ਪਾਪਾ ਜਦੋਂ ਸਾਡੀ ਮੈਰਿਜ ਹੋਈ ਤੇ ਨੈਚੁਰਲ ਜਿਹੀ ਗੱਲ ਹੈ, ਫੈਮਿਲੀ ਅੱਗੇ ਵਧਣੀ ਹੀ ਹੁੰਦੀ ਹੈ। ਤਾਂ ਜਦੋਂ ਮੇਰਾ ਫਸਟ ਬੇਬੀ ਕਨਸੀਵ ਹੋਇਆ ਤਾਂ ਹਸਬੈਂਡ ਨੇ ਪਹਿਲੇ ਦਿਨ ਤੋਂ ਇਹ ਕਹਿਤਾ ਕਿ ਜੇ ਬੇਟੀ ਹੋਏਗੀ ਤਾਂ ਨਾਮ ਦੁਰਗਾ ਹੋਏਗਾ, ਬੇਟਾ ਹੋਇਆ ਤਾਂ ਉਹਦਾ ਨਾਮ ਅਰਜੁਨ ਰੱਖਣਾ। ਔਰ ਬੇਟੀ ਹੋਈ ਪਹਿਲੇ ਤਾਂ ਕਹਿੰਦੇ ਮੇਰੇ ਘਰ ਮੇਰੀ ਦੁਰਗਾ ਮੇਰੀ ਲక్ష్ਮੀ ਆਈ ਹੈ, ਬੇਟੀ ਦਾ ਨਾਮ ਅਸੀਂ ਦੁਰਗਾ ਹੀ ਰੱਖਿਆ। ਤੇ ਸੇਮ ਜਦੋਂ ਫਿਰ ਦੂਸਰਾ ਬੱਚਾ ਹੋਇਆ ਤਾਂ ਬੇਟਾ ਹੋਇਆ, ਪੰਡਿਤ ਨੇ ਸਾਡੇ ਨਾਮਕਰਨ ਕਰਵਾਉਂਦੇ ਹੈ, ਉਹਨਾਂ ਨੇ ਅ ਤੇ ਪ ਸ਼ਬਦ ਨਿਕਾਲਿਆ। ਕਹਿੰਦੇ ਪੰਡਿਤ ਜੀ ਤੁਸੀਂ ਤਾਂ ਨਾਮਕਰਨ ਅੱਜ ਕਰ ਰਹੇ ਹੋ, ਮੈਂ ਤਾਂ 5 ਸਾਲ ਪਹਿਲਾਂ ਹੀ ਕਰ ਦਿੱਤਾ ਸੀ। ਸੋ ਮੇਰੇ ਬੇਟੇ ਦਾ ਨਾਮ ਅਰਜੁਨ ਹੀ ਹੋਏਗਾ। ਔਰ ਅਰਜੁਨ ਨੇ ਪ੍ਰੂਵ ਕੀਤਾ ਆਪਣੇ ਨਾਮ ਨੂੰ, ਜੋ ਇਹਦੇ ਤੋਂ ਉਮੀਦਾਂ ਇਹਦੇ ਪਾਪਾ ਨੇ ਰੱਖਿਆ ਸੀ। ਦੇਖੋ ਹਰ ਮਾਂ ਬਾਪ ਉਮੀਦਾਂ ਰੱਖਦੇ ਹੈ, ਇਹ ਨਹੀਂ ਹੁੰਦਾ ਕਿ ਠੀਕ ਹੈ ਕਿ ਅੱਜ ਕੱਲ੍ਹ ਦੇ ਬੜੇ ਬੱਚੇ ਕਹਿ ਦਿੰਦੇ ਹੈ ਕਿ ਤੁਸੀਂ ਮਾਂ ਬਾਪ ਸਾਡੇ 'ਤੇ ਭਾਰ ਪਾਉਂਦੇ ਹੈ ਨਾ, ਕਿ ਜਦੋਂ ਸਾਨੂੰ ਜਨਮ ਦਿੱਤਾ ਅਸੀਂ ਉਦੋਂ ਹੈ ਤਾਂ ਨਹੀਂ ਸੀ, ਜੇ ਤੁਹਾਡੇ ਕੋਲ ਇੰਨੀਆਂ ਉਮੀਦਾਂ ਸੀ, ਤੁਹਾਨੂੰ ਸਾਡੇ ਤੋਂ ਇੰਨੀਆਂ ਉਮੀਦਾਂ ਤਾਂ ਸਾਨੂੰ ਪੈਦਾ ਨਾ ਕਰਦੇ। ਲੇਕਿਨ ਨਹੀਂ, ਹਰ ਮਾਂ ਬਾਪ ਦਾ ਸੁਪਨਾ ਹੁੰਦਾ ਕਿ ਉਸਦੇ ਬੱਚੇ ਬਹੁਤ ਉੱਚੇ ਮੁਕਾਮ 'ਤੇ ਪਹੁੰਚਣ। ਇਹ ਸੁਪਨੇ ਹੀ ਤਾਂ ਜ਼ਿੰਦਗੀ ਨੇ। ਸੋ ਸਾਨੂੰ ਵੀ ਸਾਡੇ ਬੱਚਿਆਂ ਤੋਂ ਬਹੁਤ ਉਮੀਦਾਂ ਸੀ, ਸਾਡੇ ਬੱਚਿਆਂ ਨੇ ਸਾਡੀਆਂ ਉਮੀਦਾਂ ਨੂੰ ਬੂਰ ਪਾਇਆ। ਅਸੀਂ ਸ਼ੁਕਰਗੁਜ਼ਾਰ ਹਾਂ ਉਸ ਵਕਤ ਦੇ, ਉਸ ਦਾਤੇ ਦੇ, ਕਿ ਸਾਨੂੰ ਇਹ ਦਿਨ ਵੇਖਣੇ ਮਿਲੇ ਹੈ। ਅਰਜੁਨ, ਮੈਂ ਤੁਹਾਡੇ ਤੋਂ ਜਾਣਦਾ ਕਿ ਜਿਵੇਂ ਸਾਰੇ ਅੱਜ ਮਾਣ ਮਹਿਸੂਸ ਕਰ ਰਹੇ ਆ, ਤੁਸੀਂ ਵੀ ਕਰ ਰਹੇ ਹੋਵੋਗੇ, ਤੁਹਾਡੇ ਦੋਸਤ ਵੀ ਤੁਹਾਨੂੰ ਵਧਾਈਆਂ ਦਿੱਤੀਆਂ ਹੋਣਗੀਆਂ ਦੋਸਤਾਂ ਨੇ। ਅੱਜ ਕੱਲ੍ਹ ਦੀ ਪੀੜ੍ਹੀ ਜਾਂ ਨੌਜਵਾਨ, ਤੁਹਾਡੀ ਆਮ ਉਮਰ ਦੇ ਜਾਂ ਆਪਣੀ ਉਮਰ ਦੇ ਬੱਚਿਆਂ ਨੂੰ, ਨੌਜਵਾਨ ਮੁੰਡੇ ਕੁੜੀਆਂ ਨੂੰ ਕਿਹੜੇ ਪਾਸੇ ਦੇ ਵੱਧ ਧਿਆਨ ਦੇਣਾ ਚਾਹੀਦਾ? ਕਿਸੇ ਵੀ ਫੀਲਡ ਵਿੱਚ ਹੋਣ, ਵੀ ਕਿਹੜੀ ਗੱਲ ਦਾ ਧਿਆਨ ਰੱਖ ਕੇ ਚੱਲਣਾ ਚਾਹੀਦਾ ਕਿ ਤਾਂ ਹੀ ਅਸੀਂ ਕੋਈ ਮੁਕਾਮ ਹਾसिल कर सकते हैं? पहले तो अपने आप के ऊपर फोकस होना चाहिए। मतलब डिस्ट्रैक्शंस बहुत हैं और आजकल बहुत ज़्यादा फास्ट हो गया है सारा कुछ। अगर आप पंजाब से बाहर निकल के देखो, इंडिया में ही बड़ी जगह फास्ट हो गया, बेंगलोर चले जाओ, बॉम्बे चले जाओ, तो अभी पंजाब अपना थोड़ा सा पीछे है। पर ये कि जैसे जैसे आगे आगे टाइम बढ़ रहा है वैसे वैसे बहुत ज़्यादा इम्प्रूवमेंट हो भी रही है। पर वो जो इम्प्रूवमेंट का रेट है ना, स्पीड कह लो, वो बहुत स्लो है। तो मेरे को लगता है अगर यूथ अपने ऊपर फोकस करेगी, थोड़ा एक्सप्लोर करे, फील्ड एक्सप्लोर करे, किस किस चीज़ों में वो आगे बढ़ सकते हैं, अपनी क्रिएटिविटी को सामने लाएं, तो मेरे को लगता है वो बहुत ज़्यादा एक शाइन करके आगे आ सकते हैं। और हमारे पंजाब में एक्चुअली में कैलिबर बहुत है। ਇਸ ਕੈਲੀਬਰ ਨੂੰ ਸਹੀ ਪਾਸੇ, ਸਹੀ ਦਿਸ਼ਾ ਦੇਣ ਲਈ ਇੱਕ ਮੇਰਾ ਆਖਰੀ ਸਵਾਲ ਹੈ ਇਸ ਮੁਲਾਕਾਤ ਦਾ, ਕਿ ਜਿਹੜੇ ਬੱਚੇ ਤੁਹਾਡੇ ਇਸ ਇੰਟਰਵਿਊ ਜਾਂ ਮੁਲਾਕਾਤ ਜਾਂ ਤੁਹਾਡੀ ਪ੍ਰਾਪਤੀ ਨੂੰ ਦੇਖ ਕੇ ਚਾਹੁੰਦੇ ਆ ਕਿ ਅਸੀਂ ਵੀ ਨਿਸ਼ਾਨੇਬਾਜ਼ ਬਣੀਏ, ਤਾਂ ਕੀ ਇਹ ਗੇਮ ਸੌਖੀ ਹੈ? ਆਮ ਘਰ ਦੇ ਮੁੰਡੇ ਕੁੜੀਆਂ ਵੀ ਇਸ ਗੇਮ ਵੱਲ ਆ ਸਕਦੇ ਆ, ਜਾਂ ਰਾਈਫਲ ਜਾਂ ਹੋਰ ਬਹੁਤ ਸਾਰੇ ਖੇਡ ਪ੍ਰਦਰਸ਼ਨ ਕਰਨ ਦੇ ਲਈ, ਪ੍ਰੈਕਟਿਸ ਕਰਨ ਲਈ ਖਰਚੇ ਬਹੁਤ ਜ਼ਿਆਦਾ ਨੇ? ਕਿਵੇਂ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਜਿਹੜੇ ਸੁਪਨਾ ਵੇਖ ਰਹੇ ਆ ਕਿ ਅਸੀਂ ਵੀ ਨਿਸ਼ਾਨੇਬਾਜ਼ ਬਣਨਾ है? डेफिनेटली गेम ये थोड़ी एक्सपेंसिव है, वेपन के खर्चे भी ज़्यादा हैं, पर अगर कोई भी करना चाहता है तो डेफिनेटली कर सकता है। एंड मेरे को नहीं लगता कोई भी आपके सपनों के बीच में कोई चीज़ खड़ी हो सकती कभी, चाहे फाइनेंशियली हो चाहे कुछ हो। एकेडमीज़ हैं, कई सपोर्ट करती हैं, तो जिसको भी है वो ऑनलाइन रिसर्च करे। ऐसे कई पेजेस मिलेंगे जहाँ पे वो जाके बड़े ही कम फीस में और अच्छी शूटिंग कर सकते हैं। ਜੀ, ਤੁਸੀਂ ਸਾਡੇ ਨਾਲ ਸਾਰਾ ਪਰਿਵਾਰ ਜੁੜੇ ਹੋ ਜੀ, ਬਹੁਤ ਬਹੁਤ ਸ਼ੁਕਰੀਆ। थैंक यू जी। ਤਾਂ ਇਹ ਅਰਜੁਨ ਬਬੂਟਾ ਜੀ ਨੇ, ਜਿਨ੍ਹਾਂ ਨੇ ਸੋਨ ਤਮਗੇ ਹਾਸਲ ਕਰਕੇ ਦਿੱਤੇ, ਭਾਰਤ ਨੂੰ, ਪੰਜਾਬ ਦਾ ਨਾਮ ਵੀ ਉੱਚਾ ਕੀਤਾ। ਔਰ ਅਸੀਂ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਹੈ। ਤੁਸੀਂ ਆਪਣੇ
ਇਹ ਸਾਰੀ ਇੰਟਰਵਿਊ ਸੁਣੀ ਹੈ ਔਰ ਤੁਸੀਂ ਕੀ ਸੋਚਦੇ ਹੋ? ਔਰ ਬੱਚਿਆਂ ਦੇ ਵਿੱਚ ਇਸ ਤਰ੍ਹਾਂ ਦਾ ਕੈਲੀਬਰ ਹੈ, ਇਸ ਨੂੰ ਸਹੀ ਦਿਸ਼ਾ ਦੇਣ ਲਈ ਹੋਰ ਕੀ ਕੀ ਕਰਨਾ ਚਾਹੀਦਾ ਹੈ? ਸਰਕਾਰੀ ਪੱਧਰ ਦੇ ਉੱਤੇ ਕੀ ਹੋਣਾ ਚਾਹੀਦਾ ਹੈ? ਮਾਪਿਆਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਖਾਸ ਕਰ ਜਿਨ੍ਹਾਂ ਨੇ ਬੁਲੰਦੀਆਂ ਛੂਹਣੀਆਂ ਹੁੰਦੀਆਂ ਨੇ ਉਹਨਾਂ ਨੂੰ ਕਿਹੜੀਆਂ ਗੱਲਾਂ ਤੇ ਧਿਆਨ ਦੇਣਾ ਚਾਹੀਦਾ ਹੈ? ਸਾਨੂੰ ਉਮੀਦ ਹੈ ਕਿ ਇਸੇ ਤਰ੍ਹਾਂ ਪੰਜਾਬ ਦਾ ਨਾਮ ਰੌਸ਼ਨ ਕਰਦੇ ਰਹਿਣਗੇ ਬੱਚੇ, ਦੇਸ਼ ਦਾ ਨਾਮ ਰੌਸ਼ਨ ਕਰਦੇ ਰਹਿਣਗੇ ਔਰ ਹਰ ਖੇਤਰ ਦੇ ਵਿੱਚ ਮੱਲਾਂ ਮਾਰਦੇ ਰਹਿਣਗੇ। ਫਿਲਹਾਲ ਇਸ ਮੁਲਾਕਾਤ ਵਿੱਚ ਇੰਨਾ ਹੀ, ਸਾਨੂੰ ਦਿਓ ਆਗਿਆ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਧੂਕਾ, ABC ਪੰਜਾਬ, ਚੰਡੀਗੜ੍ਹ।